ਧੰਨ ਵਾਹਿਗੁਰੂ ਜੀਓ। ਰੁੱਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜਿਉ। ਰੁੱਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ। ਬੜੇ ਅਦਬ ਨਾਲ ਆਪ ਜੀ ਨੇ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ। ਗੁਰੂ ਸਵਾਰਿਆਂ ਪਾਸੋਂ ਸਤਿਗੁਰੂ ਦੀ ਪਾਵਨ ਬਾਣੀ ਦੇ ਉਪਦੇਸ਼ ਨੂੰ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਰਵਣ ਕੀਤਾ ਹੈ। ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹਨਾਂ ਸ਼ਲੋਕਾਂ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਕੱਲ ਦੇ ਦੀਵਾਨਾਂ ਵਿੱਚ ਆਪਾਂ 29 ਸ਼ਲੋਕਾਂ ਤੱਕ ਵਿਚਾਰ ਜਿਹੜੀ ਸੀ ਉਹ ਸਾਂਝੀ ਕੀਤੀ ਸੀ। ਪਿਛਲੇ ਸ਼ਲੋਕਾਂ ਦਾ ਕੁਝ ਭਾਵ ਜੋ ਕੱਲ ਦੇ ਦੀਵਾਨ ਵਿੱਚ ਆਪਾਂ ਵਿਚਾਰੇ ਹਨ। ਸੰਸਾਰ ਦੀ ਹਰ ਇੱਕ ਵਸਤੂ ਵਿੱਚੋਂ ਉਹ ਸਕੂਨ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਦਾ ਜੋ ਪਰਮੇਸ਼ਰ ਦੇ ਨਾਮ, ਪਰਮੇਸ਼ਰ ਦੀ ਇਬਾਦਤ, ਰੱਬੀ ਗੁਣਾ ਤੇ ਰੱਬੀ ਅਹਿਸਾਸ ਵਿੱਚੋਂ ਹੋ ਸਕਦਾ ਹੈ। ਇਸ ਦੇ ਨਾਲ ਹੀ ਬਾਬਾ ਫਰੀਦ ਸਾਹਿਬ ਜੀ ਨੇ ਫਰਮਾਇਆ, ਭਾਵੇਂ ਤੇਰੇ ਕੋਲ ਆਪਣਾ ਥੋੜਾ ਹੋਵੇ, ਰੁੱਖਾ ਮਿੱਸਾ ਹੋਵੇ, ਸਾਦਾ ਹੋਵੇ, ਉਸ ਵਿੱਚ ਆਪਣੇ ਆਪ ਨੂੰ ਸੰਤੋਖੀ ਰੱਖ ਕੇ ਖੁਸ਼ ਰਹਿਣ ਦੀ ਜਾਚ ਪਾ, ਬਿਰਤੀ ਬਣਾ। ਜੇ ਜੋ ਆਪਣੇ ਕੋਲ ਮੁਯੱਸਰ, ਪ੍ਰਾਪਤ, ਅਵੇਲੇਬਲ, ਮੌਜੂਦ ਹੈ, ਉਸ ਵਿੱਚ ਤੂੰ ਆਪਣੇ ਆਪ ਨੂੰ ਸੰਤੁਸ਼ਟ ਨਹੀਂ ਰੱਖ ਪਾਏਗਾ, ਜੇ ਤੂੰ ਆਪਣੀ ਐਸੀ ਬਿਰਤੀ ਨਹੀਂ ਬਣਾਏਗਾ ਤਾਂ ਹਮੇਸ਼ਾ ਹੀ ਦੂਜਿਆਂ ਵੱਲ ਤੱਕ ਕੇ ਤਰਸਦਾ ਰਹੇਗਾ, ਦੁਖੀ ਹੁੰਦਾ ਰਹੇਗਾ, ਪਰੇਸ਼ਾਨ ਹੁੰਦਾ ਰਹੇਗਾ। ਤੇਰੇ ਮਨ ਦੀ ਇਸ ਭਟਕਣਾ ਨੂੰ ਦੁਨੀਆ ਦੀ ਕੋਈ ਵੀ ਚੀਜ਼, ਕੋਈ ਵੀ ਪਦਾਰਥ ਦੂਰ ਨਹੀਂ ਕਰ ਸਕਦਾ, ਕਿਉਂਕਿ ਮਨੁੱਖ ਦੀ ਇੱਕ ਮਨੋਬਿਰਤੀ ਬਣ ਜਾਂਦੀ ਹੈ ਹਮੇਸ਼ਾ ਹਰ ਇੱਕ ਚੀਜ਼ ਨੂੰ ਦੂਜੇ ਨਾਲ ਤੁਲਨਾ ਦੇਣੀ, ਕੰਪੇਅਰ ਕਰਦੇ ਰਹਿਣਾ। ਕੰਪੈਰੀਜ਼ਨ ਦੇ ਵਿੱਚ ਕਦੇ ਵੀ ਮਨੁੱਖ ਸੰਤੁਸ਼ਟੀ ਹਾਸਲ ਨਹੀਂ ਕਰ ਸਕਦਾ। ਕਾਰਨ ਉਸ ਦਾ ਇਹ ਹੈ ਕਿ ਅਸੀਂ ਜਦੋਂ ਆਪਣੀ ਜ਼ਿੰਦਗੀ ਦੇ ਜ਼ਰੂਰੀ ਅਹਿਮ ਪੱਖਾਂ ਨੂੰ ਦੂਜਿਆਂ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਹਾਂ, ਤੁਲਨਾ ਕਰਨੀ ਸ਼ੁਰੂ ਕਰ ਦਿੰਦੇ ਹਾਂ, ਤਾਂ ਸਾਡੇ ਅੰਦਰ ਦੋ ਗੱਲਾਂ ਹੀ ਉੱਭਰ ਸਕਦੀਆਂ ਨੇ। ਜੇ ਤਾਂ ਤੁਸੀਂ ਆਪਣੇ ਤੋਂ ਕਮਜ਼ੋਰ ਨਾਲ ਆਪਣੇ ਆਪ ਨੂੰ ਕੰਪੇਅਰ ਕਰਨ ਦੀ ਆਦਤ ਬਣਾ ਲਓਗੇ ਤਾਂ ਹੋ ਸਕਦਾ ਹੈ ਤੁਸੀਂ ਕਿਸੇ ਈਗੋ ਦੀ, ਕਿਸੇ ਹਉਮੈ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਓ ਕਿ ਦੁਨੀਆ ਵਿੱਚ ਮੇਰੇ ਵਰਗਾ ਕੋਈ ਨਹੀਂ, ਜਦੋਂ ਕਿ ਇਹ ਗੱਲ 100% ਸੱਚ ਨਹੀਂ ਹੈ। ਇਹ ਹਉਮੈ, ਇਹ ਹੰਕਾਰ ਸਾਨੂੰ ਦੂਜਿਆਂ ਨੂੰ ਦਬਾਉਣ ਲਈ ਪ੍ਰੇਰਨਾ ਕਰਦਾ। ਇਹ ਮਾੜੀ ਬਿਰਤੀ ਹੈ। ਜੇ ਅਸੀਂ ਹਮੇਸ਼ਾ ਆਪਣੇ ਆਪ ਦੀ ਤੁਲਨਾ ਵੱਡਿਆਂ ਨਾਲ ਕਰਨ ਦੀ ਕੋਸ਼ਿਸ਼ ਕਰਦੇ ਰਹੀਏ ਤੇ ਸਾਡੇ ਅੰਦਰ ਹੀਣ ਭਾਵਨਾ,
ਢਹਿੰਦੀ ਕਲਾ ਜਨਮ ਲੈਂਦੀ ਹੈ ਕਿ ਮੈਂ ਤਾਂ ਕੱਖ ਵੀ ਨਹੀਂ ਹਾਂ। ਉੱਥੇ ਮਨੁੱਖ ਆਪਣੇ ਆਪ ਨੂੰ ਹੀਣਾ, ਕਮਜ਼ੋਰ, ਨੀਚ, ਨੀਵਾਂ ਮਹਿਸੂਸ ਕਰਦਾ ਹੈ। ਢਹਿੰਦੀ ਕਲਾ ਵਿੱਚ ਜਾਂਦਾ ਹੈ, ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਹੈ, ਆਪਣੇ ਆਪ ਨੂੰ ਦੁੱਖਾਂ, ਮੁਸੀਬਤਾਂ, ਘਾਟਿਆਂ ਵਿੱਚ ਘਿਰਿਆ ਹੋਇਆ ਮਹਿਸੂਸ ਕਰਦਾ ਹੈ। ਹਮੇਸ਼ਾ ਝੂਰਾ ਕਰਨ ਦੀ ਆਦਤ ਬਣ ਜਾਂਦੀ ਹੈ, ਹਮੇਸ਼ਾ ਕੁਰਲਾਉਣ ਦਾ ਸੁਭਾਅ ਬਣ ਜਾਂਦਾ ਹੈ, ਹਮੇਸ਼ਾ ਆਪਣੇ ਆਪ ਨੂੰ ਭੁੱਖਾ ਤੇ ਦੁਖਿਆਰਾ ਸਾਬਤ ਕਰਨ ਦੀ ਬਿਰਤੀ ਬਣੀ ਰਹਿੰਦੀ ਹੈ। ਇਹੋ ਜਿਹਾ ਗਮਗੀਨ ਸੁਭਾਅ ਵਾਲਾ ਮਨੁੱਖ ਜਿਹੜਾ ਹੈ ਉਹ ਜ਼ਿੰਦਗੀ ਦਾ ਪੈਂਡਾ ਬੜਾ ਔਖਾ ਤੈਅ ਕਰਦਾ ਹੈ। ਉਸ ਸੁੱਕੇ ਹੋਏ ਰੁੱਖ ਵਰਗਾ ਹੁੰਦਾ ਹੈ ਜਿਸ ਦੀ ਛਾਂ ਨੂੰ ਮਾਣਿਆ ਨਹੀਂ ਜਾ ਸਕਦਾ, ਤੇ ਜੇ ਕੋਈ ਐਸੇ ਰੁੱਖ ਦੇ ਕੋਲ ਚਲਾ ਵੀ ਜਾਏ ਤੇ ਕੀ ਹਾਸਲ ਕਰੇਗਾ। ਕੜਕਦੀ ਗਰਮੀ ਦੇ ਵਿੱਚ, ਬਹੁਤ ਸਾਰੀ ਧੁੱਪ ਦੇ ਵਿੱਚ ਬੰਦਾ ਧੁੱਪ, ਗਰਮੀ ਤੋਂ, ਤਪਸ਼ ਤੋਂ ਬਚਣ ਵਾਸਤੇ ਕਿਸੇ ਰੁੱਖ ਥੱਲੇ ਜਾਂਦਾ ਹੈ। ਤੇ ਛਾਂ ਕਿਹੜਾ ਰੁੱਖ ਦਿੰਦਾ ਹੈ? ਜਿਹੜਾ ਹਰਿਆ ਭਰਿਆ ਪੱਤੇਦਾਰ ਹੋਵੇ। ਰੁੰਡ ਮੁੰਡ ਖੜਾ ਹੋਇਆ ਸੁੱਕਾ ਜਿਹਾ ਕੋਈ ਦਰਖਤ ਜਿਸ ਦੀ ਟਾਹਣੀਆਂ ਵੀ ਝੜ ਗਈਆਂ ਹੋਣ, ਕੀ ਉਹ ਕਿਸੇ ਨੂੰ ਛਾਂ ਦੇ ਸਕਦਾ, ਤਪਸ਼ ਤੋਂ ਬਚਾ ਸਕਦਾ? ਨਹੀਂ। ਤੋ ਹਮੇਸ਼ਾ ਢਹਿੰਦੀ ਕਲਾ ਵਿੱਚ ਵਿਚਰਨਾ, ਹਮੇਸ਼ਾ ਆਪਣੇ ਦੁੱਖਾਂ ਦੀ ਕਹਾਣੀ ਦੂਜੇ ਤੱਕ ਸੁਣਾਉਂਦੇ ਰਹਿਣਾ, ਹਮੇਸ਼ਾ ਆਪਣੇ ਘਾਟਿਆਂ ਦਾ ਜ਼ਿਕਰ ਕਰੀ ਜਾਣਾ, ਹਮੇਸ਼ਾ ਵੱਡਿਆਂ ਵੱਲ ਵੇਖ ਕੇ ਤਰਸਦੇ ਰਹਿਣਾ, ਦੁਖੀ ਹੁੰਦੇ ਰਹਿਣਾ, ਕ੍ਰੋਝਦੇ ਰਹਿਣਾ, ਸੜਦੇ ਰਹਿਣਾ, ਉਸ ਸੁੱਕੇ ਰੁੱਖ ਵਰਗਾ ਜੀਵਨ ਹੈ ਜਿਹਦੇ ਕੋਲ ਆ ਕੇ ਕਿਸੇ ਨੂੰ ਖੁਸ਼ੀ ਨਹੀਂ ਹੁੰਦੀ। ਹਰ ਬੰਦਾ ਉਸ ਤੋਂ ਦੂਰ ਭੱਜਦਾ, ਹਰ ਬੰਦਾ ਉਸ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਇਸ ਦੇ ਕੋਲ ਐਸਾ ਕੀ ਹੈ ਜਿਹੜਾ ਸਾਨੂੰ ਦੇਗਾ। ਅਸੀਂ ਤੇ ਆਪ ਜ਼ਿੰਦਗੀ ਦੇ ਦੁੱਖਾਂ ਨਾਲ ਉਲਝ ਰਹੇ ਹਾਂ, ਮੁਸੀਬਤਾਂ ਨਾਲ ਉਲਝ ਰਹੇ ਹਾਂ, ਘਾਟਿਆਂ ਨਾਲ ਉਲਝ ਰਹੇ ਹਾਂ। ਇਸ ਕਰਕੇ ਸਾਨੂੰ ਲੋੜ ਨਹੀਂ ਐਸੇ ਮਨੁੱਖ ਦੀ ਸੰਗਤ, ਸੋਹਬਤ ਤੇ ਗੱਲਾਂ ਵਿੱਚ ਆਉਣ ਦੀ, ਐਸੇ ਮਨੁੱਖ ਕੋਲ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕਰਨ। ਸੋ ਇਸ ਵਾਸਤੇ ਇੱਕੋ ਇੱਕ ਰਸਤਾ ਜਿਹੜਾ ਹੈ ਬਾਬਾ ਸ਼ੇਖ ਫਰੀਦ ਸਾਹਿਬ ਨੇ ਸਾਨੂੰ ਦਰਸਾਇਆ, ਜੋ ਜੀਵਨ ਦਾ ਸਹੀ ਰਸਤਾ ਹੈ, ਉਹ ਹੈ ਸੰਤੁਸ਼ਟ ਰਹੋ ਜਿੱਥੇ ਰੱਖੈਂ ਬੈਕੁੰਠ ਤਿਥਾਈ, ਤੂੰ ਸਭਨਾ ਕੇ ਪ੍ਰਤਪਾਲਾ ਜੀ। ਜਿਸ ਵੀ ਹਾਲਤ ਵਿੱਚ ਹੋ ਉਸ ਮਾਲਕ ਦੀ ਯਾਦ ਵਿੱਚ ਰਹੋ। ਥੋੜਾ ਹੈ ਸ਼ੁਕਰ ਵਿੱਚ ਰਹੋ, ਬਹੁਤਾ ਹੈ ਸ਼ੁਕਰ ਵਿੱਚ ਰਹੋ। ਕਿਸੇ ਦੀ ਮਦਦ ਕਰ ਸਕਦੇ ਹੋ ਕਰੋ, ਕਿਸੇ ਦਾ ਦੁੱਖ ਵੰਡਾ ਸਕਦੇ ਹੋ ਵੰਡਾਓ। ਕਿਸੇ ਵੱਡੇ ਵੱਲ ਵੇਖ ਕੇ ਕਦੇ ਝੋਰਾ ਨਾ ਕਰੋ ਕਿ ਤੁਹਾਡੇ ਕੋਲ ਥੋੜਾ ਹੈ। ਨਹੀਂ, ਜ਼ਿੰਦਗੀ ਨੂੰ ਪਦਾਰਥਾਂ ਦੇ ਥੋੜੇ ਜਾਂ ਬਹੁਤਿਆਂ ਨਾਲ ਤੋਲ ਕੇ ਹੌਲਾ ਜਾਂ ਭਾਰਾ ਕਰਨ ਵਾਲੇ ਮਨੁੱਖ ਅਸਲ ਵਿੱਚ ਜੀਵਨ ਦੇ ਅੰਦਰ ਚੰਗੇ ਗੁਣਾਂ ਦੀ ਕਮਾਈ ਤੋਂ ਹਮੇਸ਼ਾ ਵਾਂਝੇ ਹੁੰਦੇ ਹਨ। ਜੀਵਨ ਸਭ ਤੋਂ ਅਮੋਲਕ ਚੀਜ਼ ਹੈ। ਜੀਵਨ ਨੂੰ ਹੰਢਾਉਣ ਦੀ ਜਿਹੜੀ ਜੁਗਤ ਹੈ ਉਹ ਸਾਨੂੰ ਸਤਿਗੁਰੂ ਕੋਲੋਂ ਪ੍ਰਾਪਤ ਹੁੰਦੀ। ਪਦਾਰਥ ਜੀਵਨ ਦੇ ਚੰਗੇ ਹੋਣ ਦਾ ਕਦੇ ਮਿਆਰ ਨਹੀਂ ਹੋ ਸਕਦਾ। ਸਮਾਜਿਕ ਤੌਰ ਤੇ ਪੋਜੀਸ਼ਨ ਨੂੰ ਜ਼ਰੂਰ ਬਣਾ ਸਕਦਾ ਕਿਸੇ ਨਾ ਕਿਸੇ ਪੱਖ ਤੋਂ। ਤੋ ਅਗਲੇਰੇ ਸ਼ਲੋਕਾਂ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਨੇ ਬਖਸ਼ਿਸ਼ ਕੀਤੀ, ਫਰਮਾਉਂਦੇ ਹਨ, ਅੱਜ ਨਾ ਸੁਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਦੋ ਤਰ੍ਹਾਂ ਦੇ ਕਿਰਦਾਰਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਮ ਰੂਪ ਵਿੱਚ ਆਇਆ। ਇੱਕ ਨੂੰ ਦੁਹਾਗਣ ਜਾਂ ਡੋਹਾਗਣ ਕਿਹਾ ਤੇ ਦੂਜੀ ਨੂੰ ਸੁਹਾਗਣ ਕਿਹਾ। ਹੁਣ ਸਮਾਜਿਕ ਤੌਰ ਤੇ ਆਪਣੇ ਕਲਚਰ ਦੇ ਦੋਵੇਂ ਸ਼ਬਦ ਨੇ, ਸਾਡੀ ਭਾਸ਼ਾ ਦੇ, ਸਾਡੀ ਬੋਲੀ ਦੇ। ਸੁਹਾਗਣ ਉਹਨੂੰ ਕਿਹਾ ਜਾਂਦਾ ਹੈ ਉਸ ਔਰਤ ਨੂੰ ਜਿਸ ਦੀ ਪਕੇਰੀ ਸਾਂਝ, ਜਿਸ ਦਾ ਰਿਸ਼ਤਾ ਆਪਣੇ ਪਤੀ ਨਾਲ ਸੁਖਾਵਾਂ ਹੈ, ਖੁਸ਼ੀ ਵਾਲਾ ਹੈ, ਜੋ ਆਪਣੇ ਪਤੀ ਨਾਲ ਜਾਂ ਆਪਣੇ ਘਰੇਲੂ ਸੰਬੰਧਾਂ ਦੇ ਨਾਲ ਸੰਤੁਸ਼ਟ ਹੈ, ਆਨੰਦ ਵਿੱਚ ਹੈ, ਔਰ ਉਸ ਰਿਸ਼ਤੇ ਨੂੰ ਜਿਹੜੀ ਨਿਭਾ ਰਹੀ ਹੈ ਪ੍ਰੋਪਰ, ਉਹਨੂੰ ਕਿਹਾ ਜਾਂਦਾ ਹੈ ਸੁਹਾਗਣ। ਦੁਹਾਗਣ ਕਿਹਨੂੰ ਕਿਹਾ ਜਾਂਦਾ? ਦੁਹਾਗਣ ਉਹ ਹੈ ਜੋ ਆਪਣੇ ਰਿਸ਼ਤੇ ਨੂੰ ਇਮਾਨਦਾਰੀ ਨਾਲ ਨਿਭਾ ਨਹੀਂ ਰਹੀ ਤੇ ਹੋਰਨਾਂ ਪਾਸਿਆਂ ਦਾ ਵੀ ਜਿਸ ਦੇ ਅੰਦਰ ਧਿਆਨ ਰਹਿੰਦਾ ਹੈ, ਵਫਾਦਾਰੀ ਨਹੀਂ ਰਿਸ਼ਤੇ ਪ੍ਰਤੀ, ਰਿਸ਼ਤੇ ਦਾ ਆਨੰਦ ਨਹੀਂ, ਸਵਾਦ ਨਹੀਂ, ਬੋਝ ਢੋ ਰਹੀ ਹੈ, ਹੋਰ ਪਾਸੇ ਦਾ ਧਿਆਨ ਕਰ ਰਹੀ ਹੈ, ਉਸ ਜਿਹੜੇ ਕਿਰਦਾਰ ਨੂੰ ਦੁਹਾਗਣ ਕਿਹਾ ਗਿਆ ਬਾਣੀ ਦੇ ਅੰਦਰ। ਦੁਹਾਗਣੀ ਕਿਆ ਨਿਸ਼ਾਨੀਆਂ ਖਸਮੋਂ ਕੁੱਤੀਆਂ ਫਿਰੈ ਨਿਮਾਣੀਆਂ, ਮੈਲੇ ਵੇਸ ਤਿਨਾ ਕਾਮਣੀ
ਭਾਗ ਤਿਨਾ ਕੇ ਨਾਹੀਂ ਜੀ। ਮਹਾਰਾਜ ਨੇ ਆਖਿਆ ਦੁਹਾਗਣ ਦੀ ਨਿਸ਼ਾਨੀ ਕੀ ਹੈ? ਖਸਮੋਂ ਕੁੱਤੀਆਂ ਫਿਰੈ ਨਿਮਾਣੇ, ਉਹਨਾਂ ਦਾ ਕੋਈ ਮਾਣ ਨਹੀਂ ਹੁੰਦਾ, ਉਹ ਨਿਮਾਣੀ ਜ਼ਿੰਦਗੀ ਜੀਂਦੀ ਬਿਨਾਂ ਮਾਣ ਤੋਂ, ਬਿਨਾਂ ਫਖਰ ਤੋਂ। ਉਹਨਾਂ ਕੋਲ ਮਾਣ ਕਰਨ ਗੋਚਰੀ ਕੋਈ ਚੀਜ਼ ਨਹੀਂ ਜਿਹੜੀ ਉਹ ਆਤਮਿਕ ਤੌਰ ਤੇ ਮਾਣ ਕਰਦਿਆਂ ਕਹਿ ਸਕਣ ਵੀ ਹਾਂ ਸਾਡੇ ਪੱਲੇ ਆ ਅਸੂਲ ਹੈ, ਸਾਡੇ ਪੱਲੇ ਆ ਗੁਣ ਹੈ, ਸਾਡੇ ਪੱਲੇ ਆ ਕਿਰਦਾਰ ਹੈ। ਉਹ ਆਪਣੇ ਖਸਮ ਦੀ ਮੁਹੱਬਤ, ਖਸਮ ਦੇ ਸਬੰਧ, ਖਸਮ ਦੀ ਵਫਾਦਾਰੀ ਤੋਂ ਖੁੰਝੀਆਂ ਹੁੰਦੀਆਂ ਨੇ। ਮੈਲੇ ਵੇਸ ਤਿਨਾ ਕਾਹੂ, ਉਹਨਾਂ ਦੇ ਵੇਸ ਮੈਲੇ। ਇਹ ਇਕੱਲੀ ਔਰਤ ਦੀ ਗੱਲ ਨਹੀਂ, ਪਤੀ ਵੀ ਦੁਹਾਗਣ ਤੇ ਸੁਹਾਗਣ ਹੁੰਦਾ। ਇੱਥੇ ਸਤਿਗੁਰੂ ਨੇ ਸੰਸਾਰਕ ਸਮਾਜਿਕ ਪ੍ਰਤੀਕ ਜਿਹੜਾ ਹੈ ਇਹ ਸਾਡੇ ਤੇ ਪਰਮੇਸ਼ਰ ਦੇ ਸੰਬੰਧ ਵਿੱਚ ਵਰਤਿਆ, ਚੇਤੇ ਚ ਰੱਖੀਏ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਅਸੀਂ ਸਾਰੀਆਂ ਜੀਵ ਇਸਤਰੀਆਂ ਹਾਂ ਤੇ ਸਾਡਾ ਮੈਂ ਕਾਮਣ ਮੇਰਾ ਕੰਤ ਕਰਤਾਰ। ਸਾਡਾ ਖਸਮ ਕੌਣ ਹੈ? ਸਾਡਾ ਮਾਲਕ ਕੌਣ ਹੈ? ਵਾਹਿਗੁਰੂ ਅਕਾਲ ਪੁਰਖ। ਜਿੰਨੇ ਵੀ ਪ੍ਰਤੀਕ ਬਾਣੀ ਵਿੱਚ ਵਰਤੇ, ਆਵੋ ਭੈਣੇ ਗਲ ਮਿਲੈ, ਇਸ ਦਾ ਭਾਵ ਕੀ ਹੈ? ਹੇ ਸਤ ਸੰਗੀ ਸਹੇਲੀਓ। ਇੱਕ ਪ੍ਰਤੀਕ ਵਰਤਿਆ ਨਾ, ਸਹੇਲੀਆਂ ਬੈਠਦੀਆਂ ਨੇ, ਤ੍ਰਿੰਜਣ ਵਿੱਚ ਬੈਠਦੀਆਂ ਸਨ, ਫੁਲਕਾਰੀਆਂ ਕੱਢਦੀਆਂ ਸਨ, ਘਰਾਂ ਵਿੱਚ ਸਖੀਆਂ ਸਹੇਲੀਆਂ ਔਰਤਾਂ ਇਕੱਠੀਆਂ ਹੋ ਜਾਂਦੀਆਂ ਸਨ। ਉੱਥੇ ਸਿਆਣੀਆਂ ਬਜ਼ੁਰਗ ਤੋਂ ਲੈ ਕੇ ਨਿਆਣੀਆਂ ਅਣਜਾਣ ਬਾਲੜੀਆਂ ਤੱਕ ਸਾਰੀਆਂ ਇਕੱਠੀਆਂ ਹੁੰਦੀਆਂ। ਅਸਲ ਸਕੂਲ ਬੱਚੀਆਂ ਦਾ ਉਹੀ ਹੁੰਦਾ ਸੀ, ਮਾਵਾਂ ਕੋਲੋਂ, ਵੱਡੀਆਂ ਬੀਬੀਆਂ ਕੋਲੋਂ, ਬਜ਼ੁਰਗਾਂ ਕੋਲੋਂ। ਉਹਨਾਂ ਨੇ ਬਹੁਤ ਕੁਝ ਜ਼ਿੰਦਗੀ ਦਾ ਸਿੱਖਣਾ ਹੁੰਦਾ ਸੀ, ਘਰ ਦੇ ਘਰੇਲੂ ਕੰਮਾਂ ਤੋਂ ਲੈ ਕੇ ਸਮਾਜ ਵਿੱਚ ਵਿਚਰਨ ਦੇ ਤੌਰ ਤਰੀਕੇ, ਸਹੁਰੇ ਘਰ ਵਿੱਚ ਜਾ ਕੇ ਕਿਵੇਂ ਨਿਭਣਾ, ਉਹ ਸਾਰੀਆਂ ਗੱਲਾਂ ਉਸ ਇਕੱਠ ਵਿੱਚ, ਉਸ ਮਜਲਿਸ ਵਿੱਚ, ਉਸ ਸੋਬਤ ਵਿੱਚੋਂ ਹੀ ਉਹ ਬੱਚੀਆਂ ਬਾਲੜੀਆਂ ਸਿੱਖਦੀਆਂ ਸਨ। ਵਿਆਹੀਆਂ, ਅਣਵਿਆਹੀਆਂ, ਬਜ਼ੁਰਗ, ਤਜਰਬੇਕਾਰ, ਹਰ ਤਰ੍ਹਾਂ ਦੀਆਂ ਔਰਤਾਂ ਦਾ ਉਹ ਇਕੱਠ। ਮੇਰੇ ਗਰੀਬ ਨਵਾਜ ਨੇ ਇਸੇ ਤਰ੍ਹਾਂ ਕਿਹਾ, ਜਦੋਂ ਜਿਹਨੂੰ ਆਪਾਂ ਸਤ ਸੰਗਤ ਕਹਿੰਦੇ ਆ ਨਾ, ਸਤ ਸੰਗਤ ਵਿੱਚ ਕੋਈ ਬਾਣੀ ਦਾ ਅਭਿਆਸ ਤੇ ਗਿਆਨ ਰੱਖਣ ਵਾਲਾ ਹੁੰਦਾ ਹੈ, ਕੋਈ ਸੇਵਾ ਪੱਖੋਂ ਬੜਾ ਤੇਜ਼ ਹੁੰਦਾ ਹੈ, ਕੋਈ ਮਦਦਗਾਰ ਹੁੰਦਾ ਹੈ, ਕੋਈ ਮਦਦ ਲੈਣ ਵਾਲਾ ਹੁੰਦਾ ਹੈ, ਕੋਈ ਅਜੇ ਪੁਰਾਣਾ ਅਭਿਆਸੀ ਹੈ, ਕੋਈ ਨਵਾਂ ਹੈ, ਹਰ ਤਰ੍ਹਾਂ ਦੇ ਨੇ। ਇਸ ਕਰਕੇ ਮਹਾਰਾਜ ਨੇ ਆਖਿਆ ਆਵੋ ਭੈਣੇ ਗਲ ਮਿਲੈ, ਸਖੀ ਸਹੇਲੜੀਆਂ ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤ ਕੀ। ਇਹ ਵੀ ਸਾਡਾ ਤ੍ਰਿੰਜਣ ਹੈ, ਸਾਡੀ ਸੱਥ ਹੈ, ਸਾਡੀ ਸੋਭਤ ਹੈ, ਜਿੱਥੇ ਅਸੀਂ ਸਾਰੀਆਂ ਸਖੀਆਂ ਸਤ ਸੰਗੀ ਰਲ ਕੇ ਉਸ ਪਰਮੇਸ਼ਰ ਵਾਹਿਗੁਰੂ ਦੀ ਸਿਫਤੋ ਸਲਾਹ, ਉਹਦੇ ਗੁਣਾਂ ਦੀ ਕਮਾਈ ਵਾਲੇ ਪਾਸੇ ਆਪਣਾ ਧਿਆਨ, ਆਪਣੀ ਸੁਰਤ ਟਿਕਾਉਂਦੇ। ਤੋ ਇਸ ਸ਼ਲੋਕ ਵਿੱਚ ਮਹਾਰਾਜ ਨੇ, ਬਾਬਾ ਸ਼ੇਖ ਫਰੀਦ ਸਾਹਿਬ ਨੇ ਦੁਹਾਗਣ ਦੇ ਕਿਰਦਾਰ ਦਾ ਜ਼ਿਕਰ ਕੀਤਾ। ਇੱਥੇ ਭਾਵ ਹੈ ਕੰਤ ਦੇ, ਖਸਮ ਦੇ ਮਿਲਾਪ ਤੋਂ। ਇੱਕ ਉਹ ਹੈ ਜਿਸ ਨੂੰ ਖਸਮ ਦਾ ਮਿਲਾਪ ਕਦੇ ਹਾਸਲ ਨਹੀਂ ਹੋਇਆ, ਉਸ ਦਾ ਦਿਨ ਰਾਤ ਭਾਵ ਹਰ ਵਕਤ, ਹਰ ਘੜੀ ਵਿਜੋਗ ਵਿੱਚ, ਵਿਛੋੜੇ ਵਿੱਚ ਗੁਜ਼ਰਦਾ। ਹੁਣ ਉਹ ਜਿਹੜੀਆਂ ਵਿਜੋਗ ਦਾ ਦੁੱਖ ਸਹਿੰਦੀਆਂ ਨੇ, ਨਾ ਉਹਨਾਂ ਦਾ ਫਿਜ਼ੀਕਲੀ ਆਪਣੇ ਖਸਮ ਨਾਲ, ਮਾਲਕ ਨਾਲ ਰਿਲੇਸ਼ਨ ਹੈ, ਨਾ ਕੋਈ ਮਾਨਸਿਕ ਅਟੈਚਮੈਂਟ ਹੈ। ਐਸੀਆਂ ਮਾਨਸਿਕ ਤੌਰ ਤੇ ਉਖੜੀਆਂ ਹੋਈਆਂ ਔਰ ਹਰ ਤਰ੍ਹਾਂ ਦੇ ਸੰਬੰਧਾਂ ਤੋਂ ਵਿਰਵੀਆਂ ਤੇ ਵਾਂਝੀਆਂ ਜਿਹੜੀਆਂ ਨੇ, ਜਿਨ੍ਹਾਂ ਦਾ ਜ਼ਿਕਰ ਬਾਬਾ ਸ਼ੇਖ ਫਰੀਦ ਸਾਹਿਬ ਕਰ ਰਹੇ ਨੇ, ਕਹਿੰਦੇ ਨੇ ਉਹਨਾਂ ਦਾ ਮਨ ਵੀ ਚੂਰ ਚੂਰ ਹੈ ਤੇ ਉਹਨਾਂ ਦਾ ਤਨ ਵੀ ਚੂਰ ਚੂਰ ਹੈ। ਤੇ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਇੱਕ ਘੜੀ ਵੀ ਮੈਂ ਆਪਣੇ ਮਾਲਕ ਦੀ ਯਾਦ ਤੋਂ ਟੁੱਟ ਜਾਵਾਂ, ਮੇਰਾ ਮਨ ਵੀ ਵਾਸ਼ਨਾਵਾਂ ਦਾ ਸ਼ਿਕਾਰ ਹੋ ਜਾ। ਜਿਸ ਨੂੰ ਬਾਣੀ ਨੇ ਕਹਿਣਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋ। ਤੇ ਜਦੋਂ ਤੁਹਾਡਾ ਮਨ ਉਖੜ ਜਾਏ ਪਰਮੇਸ਼ਰ ਦੀ ਯਾਦ ਤੋਂ, ਤੁਹਾਡਾ ਮਨ ਗਲਤਾਨ ਹੋ ਜਾਏ ਵਿਕਾਰਾਂ ਵਿੱਚ, ਫਿਰ ਤੁਹਾਡੇ ਤਨ ਦਾ ਕਰਮ ਕਿਹੋ ਜਿਹਾ ਹੋਏਗਾ? ਤਨ ਆਪਣੇ ਆਪ ਉਖੜ ਜਾਏਗਾ। ਮਨ ਦੀ ਸਥਿਤੀ ਕਾਇਮ ਹੈ ਤੇ ਤਨ ਸਹੀ ਕਰਮ ਕਰਦਾ ਹੈ। ਮਨ ਦੀ ਸਥਿਤੀ ਵਿਗੜ ਜਾਏ ਤੇ ਤਨ ਦੇ ਉੱਤੇ ਇਫੈਕਟ ਪੈਂਦਾ ਹੈ, ਤਨ ਮਾੜੇ ਕਰਮਾਂ 'ਚ ਲਿਪਤ ਹੋ ਜਾਂਦਾ। ਠੀਕ ਉਸੇ ਤਰ੍ਹਾਂ ਜਦੋਂ ਤੁਹਾਡਾ ਰਿਲੇਸ਼ਨ ਵਿਗੜ ਜਾਏ, ਪਰਿਵਾਰਕ ਮਨ ਖੱਟਾ ਹੋ ਜਾਏ ਕਿਸੇ ਰਿਲੇਸ਼ਨ ਤੋਂ, ਕੀ ਤੁਸੀਂ ਤਨ ਨਾਲ ਕਿੰਨਾ ਚਿਰ ਆਪਾਂ ਪਖੰਡ ਕਰ ਸਕਦੇ ਹਾਂ, ਵਿਖਾਵਾ ਕਰ ਸਕਦੇ ਹਾਂ ਵੀ ਸਾਡਾ ਰਿਸ਼ਤਾ ਬੜਾ ਸਹੀ ਹੈ? ਨਹੀਂ ਹੁੰਦਾ। ਮਨ ਰਾਜ਼ੀ ਨਾ ਹੋਵੇ, ਮਨ 'ਚ ਵਫਾਦਾਰੀ ਨਾ ਹੋਵੇ ਤੇ ਤਨ ਵੀ ਉਸ ਸੰਬੰਧ ਨੂੰ ਨਿਭਾਉਣ ਵਿੱਚ ਆਨਾਕਾਨੀ ਕਰਦਾ, ਉਹਦਾ ਇਫੈਕਟ ਪੈਂਦਾ ਹੀ ਪੈਂਦਾ। ਇਸੇ ਤਰ੍ਹਾਂ ਜੇ ਮਨ ਪਰਮੇਸ਼ਰ ਦੀ ਯਾਦ ਵਿੱਚ ਹੈ ਤੇ ਤਨ ਨੇਕ ਅਮਲ ਕਮਾਏਗਾ।
ਜੇ ਮਨ ਉਹਦੀ ਯਾਦ ਨਾਲ ਉਖੜ ਗਿਆ ਹੈ ਤੇ ਤਨ ਵਿਕਾਰਾਂ ਵਿੱਚ ਚੂਰ ਚੂਰ ਹੋ ਜਾਏਗਾ। ਇਸ ਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦਾ। ਸਾਡੇ ਰਿਸ਼ਤਿਆਂ ਦੀ ਉਦਾਹਰਣ ਵਰਤ ਕੇ ਬਾਬਾ ਫਰੀਦ ਸਾਹਿਬ ਨੇ ਬੜੀ ਸਾਦੀ ਗੱਲ, ਬੜੇ ਸਿੰਪਲ ਸ਼ਬਦਾਂ ਦੀ ਗੱਲ, ਬੜੀ ਘਰੇਲੂ ਉਦਾਹਰਣ ਦੇ ਕੇ ਸਾਡੇ ਸਾਹਮਣੇ ਰੱਖੀ। ਕਹਿੰਦੇ ਨੇ, ਮੈਂ ਉਸ ਮਾਲਕ ਤੋਂ ਇੱਕ ਘੜੀ, ਅੱਜ ਇੱਕ ਘੜੀ ਵੀ ਵਿਛੜ ਜਾਵਾਂ ਤਾਂ ਮੇਰਾ ਮਨ ਵੀ ਉਹਦੀ ਯਾਦ ਤੋਂ ਵਾਂਝਾ ਹੋ ਕੇ ਦੁਨੀਆ ਦੀਆਂ ਵਾਸ਼ਨਾਵਾਂ ਤੇ ਦੁਨੀਆ ਦੇ ਖਿਆਲਾਂ ਵਿੱਚ ਰੰਗਿਆ ਜਾਂਦਾ ਹੈ। ਅੰਗ ਮੁੜੇ ਮੁੜ ਜਾਏ, ਸਰੀਰ ਦੇ ਇੰਦਰੇ ਜਿਹੜੇ ਨੇ, ਅੰਗ ਜਿਹੜੇ ਨੇ ਉਹ ਮੁੜ ਜਾਂਦੇ ਨੇ, ਬੇਕਾਰ ਹੋ ਜਾਂਦੇ ਨੇ, ਸੱਚੇ ਰਾਹ ਤੋਂ ਹਟ ਜਾਂਦੇ ਨੇ, ਮੋੜਾ ਕੱਟ ਲੈਂਦੇ ਨੇ, ਨੇਕ ਕਰਮ ਨਹੀਂ ਕਰਦੇ, ਅੱਖਾਂ ਪਰਾਇਆ ਰੂਪ ਤੱਕਣਾ ਲੱਗਦੀਆਂ ਨੇ, ਵੈਰ ਭਾਵ ਨਾਲ ਵੇਖਣ ਲੱਗਦੀਆਂ ਨੇ, ਇਹਨਾਂ ਨੂੰ ਉੱਚੇ ਨੀਵੇਂ ਦੀਦੇ ਨੇ, ਆਪਣੇ ਬਗਾਨੇ ਦੀਦੇ ਨੇ, ਕੰਨ ਚੁਗਲੀ ਨਿੰਦਾ ਦੇ ਵਿੱਚ ਗਲਤਾਨ ਹੁੰਦੇ, ਜ਼ੁਬਾਨ ਰਸਨਾ ਜਿਹੜੀ ਹੈ ਉਹ ਆਪਣੇ ਹਰ ਸਰੀਰ ਦੇ ਸਾਰੇ ਇੰਦਰੀਆਂ ਨੂੰ, ਆਪਣੇ ਅੰਗ ਮੁੜੇ ਮੁੜ ਜਾਏ, ਅੰਗ ਮੁੜ ਜਾਂਦੇ ਹਨ, ਸਹੀ ਰਾਹ ਤੋਂ ਪਾਸੇ ਹੋ ਜਾਂਦੇ ਹਨ, ਬੇਚੈਨ ਹੋ ਜਾਂਦੇ ਹਨ, ਇਹਨਾਂ ਦਾ ਸਕੂਨ, ਅਸਲ ਸੁੱਖ ਗਵਾਚ ਜਾਂਦਾ ਹੈ। ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਪਰ ਉਹਨਾਂ ਦੁਹਾਗਣਾ ਨੂੰ ਜਾ ਕੇ ਪੁੱਛੋ ਜਿਹੜੀਆਂ ਉਸ ਮਾਲਕ ਖਸਮ ਤੋਂ ਹਰ ਵੇਲੇ ਵੀ ਰਮੀਆਂ ਰਹਿੰਦੀਆਂ ਨੇ, ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਕਿਵੇਂ ਬਤੀਤ ਹੁੰਦੀ ਹੋਏਗੀ। ਉਹ ਵਿਕਾਰਾਂ ਦੀ ਇੰਨੀ ਬੇਚੈਨੀ ਕਿਵੇਂ ਸਹਿਣ ਕਰਨ ਦੀ ਉਹਨਾਂ ਆਦਤ ਪਾ ਲਈ, ਕਿਵੇਂ ਆਪਣੇ ਕਿਰਦਾਰ ਨੂੰ ਉਹਨਾਂ ਮਾਇਆ 'ਚ ਪਲੀਤ ਕਰਨ ਦਾ ਸੁਭਾਅ ਬਣਾ ਲਿਆ, ਔਰ ਇਹਦੇ ਵਿੱਚੋਂ ਪੈਦਾ ਹੋਣ ਵਾਲੀਆਂ ਆਤਮਿਕ ਮਾਨਸਿਕ ਬਿਮਾਰੀਆਂ, ਦੁੱਖ ਤੇ ਤਕਲੀਫ ਤੇ ਮੁਸ਼ਕਿਲਾਂ ਤੇ ਉਲਝਣਾ ਕਿਵੇਂ ਉਹਨਾਂ ਨੇ ਝੱਲਣ ਦਾ ਸੁਭਾਅ ਪੈਦਾ ਕਰ ਲਿਆ। ਕਿੰਨਾ ਜ਼ੋਖਮ, ਕਿੰਨੀ ਪਰੇਸ਼ਾਨੀ ਝੱਲਦੀਆਂ ਨੇ ਉਹ, ਇਸ ਵਿਛੋੜੇ ਦੇ ਵਿੱਚੋਂ ਪੈਦਾ ਹੋਣ ਵਾਲੀਆਂ ਅਲਾਮਤਾਂ ਨੂੰ ਕਿਵੇਂ ਸਹਿੰਦੀਆਂ ਨੇ ਉਹ ਅਗਲੇਰੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ। ਸਾਹੁਰੈ ਢੋਈ ਨਾ ਲਹੈ, ਪੀਐ ਨਾਹੀ ਥਾਓ, ਫਿਰ ਵਾਤੜੀ ਨਾ ਪੁੱਛਈ, ਧਨ ਸੁਹਾਗਣ ਨਾਓ। ਇਹ ਜੋ ਸ਼ਲੋਕ ਹੈ 31 ਨੰਬਰ ਸ਼ਲੋਕ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ। ਹਾਲਾਂਕਿ ਇਹਦੇ ਉੱਪਰ ਮਹੱਲਾ ਪਹਿਲਾ ਦਰਜ ਨਹੀਂ, ਪਰ ਇਹੀ ਸ਼ਲੋਕ ਮਾਰੂ ਰਾਗ ਦੀ ਵਾਰ ਵਿੱਚ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ 9 ਮਹੱਲਾ ਪਹਿਲਾ ਦੇ ਸਿਰਲੇਖ ਹੇਠ ਆਇਆ। ਸ਼ਬਦਾਵਲੀ ਵੀ ਉਹ ਹੈ, ਕੁਝ ਲਫ਼ਜ਼ਾਂ ਦੀ ਬਣਤਰ ਦਾ ਫਰਕ ਹੈ। ਮਹਾਰਾਜ ਨੇ ਬਾਬਾ ਸ਼ੇਖ ਫਰੀਦ ਸਾਹਿਬ ਦੇ ਸ਼ਲੋਕ ਦੀ ਵਿਆਖਿਆ ਵਿੱਚ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਗੁਰੂ ਪੰਚਮ ਪਾਤਸ਼ਾਹ ਨੇ ਇੱਥੇ ਦਰਜ ਕੀਤਾ। ਆਖਦੇ ਨੇ, ਸਹੁਰੈ ਢੋਈ ਨਾ ਲਹੈ, ਪਈਐ ਨਾਹੀ ਥਾਉ। ਐਸੀ ਇਸਤਰੀ, ਇੱਕ ਉਦਾਹਰਣ ਦਿੱਤੀ ਹੈ ਮਹਾਰਾਜ, ਜਿਸ ਨੂੰ ਸਹੁਰੇ ਵੀ ਢੋਈ ਨਾ ਮਿਲੇ, ਪੇਕੇ ਘਰ ਵਿੱਚ ਵੀ ਜਿਸ ਨੂੰ ਥਾਂ ਨਾ ਮਿਲੇ, ਸਨਮਾਨ ਨਾ ਮਿਲੇ, ਭਾਵ ਦੋਹਾਂ ਪਰਿਵਾਰਾਂ ਚੋਂ ਖੁੰਝ ਜਾਏ, ਜਿਹੜੀ ਆਪਣੇ ਮਾੜੇ ਕਰਮ ਤੇ ਕਿਰਦਾਰ ਕਰਕੇ। ਪੇਕੇ ਘਰ ਵਿੱਚ ਵੀ ਸਨਮਾਨ ਤੇ ਲਾਡ ਨਾ ਹੋਵੇ ਤੇ ਸਹੁਰੇ ਪਰਿਵਾਰ ਵਿੱਚ ਵੀ ਮਾਣ ਤੇ ਚੰਗੀ ਥਾਂ ਨਾ ਮਿਲ ਸਕੇ। ਐਸੇ ਨਖਿੱਧ ਕਰਮ ਕਰੇ ਕੋਈ, ਐਸੇ ਮੰਦੇ ਅਮਲ ਕਮਾਵੇ ਕੋਈ। ਸਹੁਰੇ ਢੋਈ ਨਾ ਲਹੈ, ਪਈਐ ਨਾਹੀ ਥਾਉ। ਹੁਣ ਇੱਥੇ ਸਹੁਰਾ ਤੇ ਪੇਕਾ ਕੀ ਹੈ? ਦੋ ਰਿਸ਼ਤੇ ਹੋ ਗਏ ਨਾ। ਇੱਕ ਜਿੱਥੇ ਅਸੀਂ ਪੈਦਾ ਹੁੰਨੇ ਆ ਉਹਨੂੰ ਅਸੀਂ ਪੇਕਾ ਘਰ ਕਹਿੰਦੇ ਆ। ਜਿੱਥੇ ਅਸੀਂ ਵਿਆਹ ਕੇ ਜਾਂਦੇ, ਜਿਸ ਦੂਜੇ ਪਰਿਵਾਰ ਨਾਲ ਸਾਡਾ ਰਿਲੇਸ਼ਨ ਬਣਦਾ, ਭਾਵੇਂ ਉਹ ਔਰਤ ਹੋਵੇ ਜਾਂ ਮਰਦ ਹੋਵੇ, ਉਹਨੂੰ ਅਸੀਂ ਸਹੁਰਾ ਘਰ ਕਹਿੰਦੇ। ਤਾਂ ਸਹੁਰਾ ਪੇਕਾ ਘਰ ਜਿਹੜਾ ਹੈ, ਦੋ ਥਾਵਾਂ ਹੋ ਗਈਆਂ ਜਿੱਥੇ ਸਾਡਾ ਸੰਸਾਰਕ ਰਿਲੇਸ਼ਨ ਬਣਦਾ, ਰਿਸ਼ਤਾ ਬਣਦਾ। ਇਸੇ ਤਰ੍ਹਾਂ ਇੱਥੇ ਸਹੁਰਾ ਤੇ ਪੇਕਾ ਹੋਣ ਵਾਲੇ ਸਮੇਂ ਨੂੰ ਪੇਕਾ ਕਿਹਾ, ਆਉਣ ਵਾਲੇ ਸਮੇਂ ਨੂੰ ਜਿਹਦੇ ਵਿੱਚ ਅਸੀਂ ਸਮੇਂ 'ਚ ਪ੍ਰਵੇਸ਼ ਕਰਨਾ ਹੈ, ਉਹ ਸਾਡਾ ਸਹੁਰਾ ਘਰ ਹੈ। ਭਾਈ ਗੁਰਦਾਸ ਜੀ ਨੇ ਇੱਕ ਬੜਾ ਕੀਮਤੀ ਬਚਨ ਲਿਖਿਆ। ਉਹ ਕਹਿੰਦੇ ਨੇ, ਬੱਚਾ ਬੱਚੀ ਜਿਸ ਵੇਲੇ ਪੇਕੇ ਘਰ 'ਚ ਹੁੰਦੇ ਨਾ, ਜਦੋਂ ਉਹਨੂੰ ਅਣਵਿਆਹੇ ਕਹਿ ਲਓ, ਕੁਆਰੇ ਕਹਿ ਲਓ, ਉਦੋਂ ਉਹ ਲਾਡ ਮਾਣਦੇ ਨੇ ਆਪਣੇ ਮਾਂ-ਬਾਪ ਦਾ, ਘਰ ਦਾ, ਪਰਿਵਾਰ ਦਾ। ਜਦੋਂ ਉਹ ਸਹੁਰੇ ਜਾਂਦੇ ਨੇ ਨਾ, ਚਾਹੇ ਧੀ ਜਾਏ ਜਾਂ ਪੁੱਤਰ ਕਦੇ ਸਹੁਰੇ ਜਾਏ, ਉੱਥੇ ਉਹਦੇ ਗੁਣਾਂ ਕਰਕੇ ਉਹਨੂੰ ਮਾਣ ਮਿਲਦਾ ਹੈ। ਉੱਥੇ ਲਾਡ ਨਹੀਂ ਚੱਲਣਾ, ਉੱਥੇ ਲਾਡ ਬਾਅਦ 'ਚ ਹੈ, ਗੁਣ ਪਹਿਲਾਂ ਨੇ।
ਮਾਂ ਬਾਪ ਧੀ ਨੂੰ ਲਾੜ ਦੀ ਨਜ਼ਰ ਨਾਲ ਵੇਖਦੇ, ਡੁੱਲ ਜਾਏ, ਵਿਗੜ ਜਾਏ, ਧੀ ਆਖੇ ਨਾ ਲੱਗੇ, ਕੰਮ ਨਾ ਕਰੇ, ਮਾਂ ਜਰ ਲੈਂਦੀ, ਕੋਈ ਨਹੀਂ, ਬੱਚੀ ਹੈ। ਪੁੱਤਰ ਆਖੇ ਨਾ ਲੱਗੇ, ਆਪਾਂ ਕਹਿ ਦਿੰਦੇ ਕੋਈ ਨਹੀਂ, ਜ਼ਿੰਮੇਵਾਰੀਆਂ ਪੈਣਗੀਆਂ, ਸੰਭਲ ਜਾਏਗਾ। ਜਿਸ ਵੇਲੇ ਉਹ ਵਿਆਹ ਦੇ ਰਿਸ਼ਤੇ ਵਿੱਚ ਵੱਜ ਜਾਣ ਤੇ ਉਸ ਧੀ ਦੀਆਂ ਉਹ ਗਲਤੀਆਂ ਜਿਹੜੀਆਂ ਉਹਨੇ ਕੁਆਰੇ ਹੁੰਦਿਆਂ ਕੀਤੀਆਂ ਨੇ, ਆਖੇ ਨਹੀਂ ਲੱਗੀ, ਡੁੱਲਿਆ, ਵਿਗੜਿਆ, ਸਭ ਕੁਝ ਉਹ ਜਿਹੜਾ ਉਦੋਂ ਭੁਲਾ ਲਿਆ ਜਾਂਦਾ ਸੀ, ਹੁਣ ਨਹੀਂ, ਕਿਉਂਕਿ ਹੁਣ ਉਹ ਘਰ ਵਾਲੀ ਬਣ ਗਈ ਨਾ। ਇਸੇ ਤਰ੍ਹਾਂ ਬੱਚੇ ਦੀਆਂ ਉਹ ਗਲਤੀਆਂ ਬਾਪ ਬਾਅਦ ਚ ਨਹੀਂ ਜਰਦਾ। ਉਹ ਕਹਿੰਦਾ ਹੁਣ ਕਿੰਨਾ ਚਿਰ ਇਹੋ ਗਲਤੀਆਂ ਕਰਦਾ ਰਹੇਗਾ, ਹੁਣ ਕਿੰਨਾ ਚਿਰ ਲਾਪਰਵਾਹ ਬਣਿਆ ਰਹੇਗਾ, ਕਿੰਨਾ ਚਿਰ ਹੁਣ ਤੂੰ ਉਹ ਆਦਤਾਂ ਅਪਣਾਈ ਛੱਡੇਗਾ ਜਿਹੜੀਆਂ ਮੈਂ ਤਾਂ ਚਤਾਰਦਾ ਨਹੀਂ ਸਾਂ, ਪਰ ਹੁਣ ਨਹੀਂ ਚੱਲੇਗਾ, ਹੁਣ ਤੂੰ ਘਰ ਵਾਲਾ ਬਣ ਗਿਆ, ਹੁਣ ਤੂੰ ਮੇਰੇ ਵਾਲੀ ਥਾਂ ਤੇ ਆ ਗਿਆ, ਜਿਹੜੀਆਂ ਜ਼ਿੰਮੇਵਾਰੀਆਂ ਮੇਰੀਆਂ ਸਨ ਹੁਣ ਤੇਰੀਆਂ ਨੇ। ਹੁਣ ਉਹ ਲਾੜ ਦੀ ਗੱਲ ਛੱਡ, ਹੁਣ ਆਪਣੀ ਜ਼ਿੰਮੇਵਾਰੀ ਸਮਝ। ਨਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਨਨ ਕੈ ਮਾਨੀਅਤ। ਇਸੇ ਤਰ੍ਹਾਂ ਜਿਹੜਾ ਸਾਡਾ ਹੁਣ ਦਾ ਸਮਾਂ ਹੈ ਨਾ, ਅਸੀਂ ਇਹਨੂੰ ਲਾਡ ਵਿੱਚ ਗਵਾਉਣਾ, ਕੋਈ ਨਹੀਂ ਕਰ ਲਵਾਂਗੇ, ਚੰਗਾ ਕੰਮ ਹੋ ਜਾਏਗਾ। ਜਦੋਂ ਸਾਡਾ ਅਗਲਾ ਭਵਿੱਖ ਆਉਂਦਾ ਹੈ ਨਾ, ਸਾਡੇ ਕੋਲ ਕਮਾਈ ਕੋਈ ਨਹੀਂ ਹੁੰਦੀ, ਉੱਥੇ ਸਾਨੂੰ ਗੁਣ ਕਰਕੇ ਮਾਣ ਮਿਲਣਾ ਹੁੰਦਾ। ਹੁਣ ਦਾ ਵਕਤ ਅਸੀਂ ਲਾਡਾਂ ਵਿੱਚ ਹੀ ਕੱਢ ਲਿਆ, ਚਾਵਾਂ ਵਿੱਚ ਹੀ ਕੱਢ ਲਿਆ, ਅਠਖੇਲੀਆਂ ਕਰਦਿਆਂ, ਮੌਜਾਂ ਮਾਣਦਿਆਂ ਕੱਢ ਲਿਆ, ਤੇ ਭਵਿੱਖ ਕਿਹੋ ਜਿਹਾ ਹੋਏਗਾ? ਭਵਿੱਖ ਨੇ ਇਹ ਤੇ ਨਹੀਂ ਵੇਖਣਾ ਵੀ ਸਾਡੇ ਹੁਣ ਦੀ ਮੌਜ ਕੀ ਹੈ, ਉਹ ਤਾਂ ਇਹ ਵੇਖਿਆ ਵੀ ਤੇਰੀ ਕਮਾਈ ਕੀ ਹੈ, ਤੂੰ ਖੱਟਿਆ ਕੀ ਹੈ, ਤੂੰ ਜੀਵਿਆ ਕੀ ਹੈ। ਇਸੇ ਤਰ੍ਹਾਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਫਰਮਾਉਂਦੇ ਹਨ, ਜੇ ਤੇਰੇ ਅੰਦਰ ਚੰਗੇ ਗੁਣ ਪੈਦਾ ਨਹੀਂ ਹੋਏ, ਤੂੰ ਅੰਦਰੋਂ ਕੁਝ ਨਹੀਂ ਕਮਾਇਆ, ਅੰਦਰ ਤੇਰਾ ਵਾਸ਼ਨਾਵਾਂ ਦੀਆਂ ਖੇਡਾਂ ਵਿੱਚ ਰਿਹਾ, ਵਾਸ਼ਨਾਵਾਂ ਦੇ ਚਾਅ ਮਲਹਾਰ ਮਨਾਉਂਦਾ ਹੈ, ਤਾਂ ਤੇਰਾ ਬਾਹਰ ਵੀ ਇਹਨਾਂ ਚਾਵਾਂ ਮਲਹਾਰਾਂ ਦੀ ਰੰਗਤ ਵਿੱਚ ਰਹੇਗਾ। ਤੂੰ ਬਾਹਰ ਵੀ ਉਹੋ ਜਿਹੀ ਨਖਿੱਧ ਕਰਮ ਕਰੇਗਾ ਜੋ ਸੋਚਾਂ ਤੇਰੇ ਅੰਦਰ ਨੇ। ਤੇਰਾ ਸਹੁਰਾ ਵੀ ਗਿਆ ਤੇ ਪੇਕਾ ਘਰ ਵੀ ਗਿਆ, ਲੋਕ ਵੀ ਗਿਆ ਤੇ ਪ੍ਰਲੋਕ ਵੀ ਗਿਆ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਸਹੁਰੇ ਢੋਈ ਨਾ ਲਹੈ, ਪਈਐ ਨਾਹੀ ਥਾਉ, ਪੀਰ ਵਾਤੜੀ ਨਾ ਪੁੱਛਈ, ਤੇ ਖਸਮ ਵਾਤ ਨਾ ਪੁੱਛੇ। ਮਾਲਕ ਵਾਹਿਗੁਰੂ ਦੀ ਨਜ਼ਰ ਵਿੱਚ ਪ੍ਰਵਾਨਗੀ ਨਾ ਮਿਲੇ, ਪਰਮੇਸ਼ਰ ਵਾਹਿਗੁਰੂ ਦੇ ਦਰ ਤੋਂ ਆਤਮਕ ਮਾਣ ਹਾਸਲ ਨਾ ਹੋਵੇ, ਧਨ ਸੁਹਾਗਣ ਨਾਉ, ਤੇ ਨਾ ਭਾਵੇਂ ਕੋਈ ਸੁਹਾਗਣ ਰੱਖੀ ਫਿਰੇ। ਜਿਸ ਔਰਤ ਦਾ ਨਾ ਪੇਕਾ ਘਰ ਉਹਦੀ ਇੱਜ਼ਤ ਕਰੇ, ਆਪਣੇ ਉਹਦੇ ਨਖਿੱਧ ਕਰਮਾਂ ਕਰਕੇ ਨਾ ਸਹੁਰੇ ਘਰ ਮਾਣ ਮਿਲੇ, ਪਤੀ ਉਹਦੀ ਬਾਤ ਨਾ ਪੁੱਛੇ, ਉਹ ਲੱਖ ਦੁਨੀਆ ਨੂੰ ਕੂਕ ਕੇ ਕਹਿੰਦੀ ਰਹੇ ਵੀ ਮੈਂ ਸੁਹਾਗਣ ਹਾਂ, ਨਾਂ ਦੀ ਸੁਹਾਗਣ ਹੈ ਨਾ, ਵੀ ਖਸਮ ਜਿਉਂਦਾ ਹੈ, ਪਤੀ ਜਿਉਂਦਾ ਹੈ, ਬਸ ਇਦਾਂ ਕਰਕੇ ਸੁਹਾਗਣ ਹੈ, ਰਿਸ਼ਤੇ ਵਿੱਚ ਕੋਈ ਨਹੀਂ, ਮਾਣ ਕੋਈ ਨਹੀਂ ਜ਼ਿੰਦਗੀ 'ਚ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਕੇਵਲ ਨਾਂ ਕਰਕੇ ਕੋਈ ਧਰਮੀ ਅਖਵਾਉਂਦਾ ਫਿਰੇ, ਨਾਂ ਕਰਕੇ ਕੋਈ ਰੱਬ ਵਾਲਾ ਬਣਿਆ ਫਿਰੇ, ਗੱਲ ਵੱਖਰੀ ਹੈ। ਨਾ ਉਹਦਾ ਅੰਤਰਾਤਮਾ ਸਾਫ਼ ਹੈ, ਨਾ ਉਹਦਾ ਕਰਮ ਸਾਫ਼ ਹੈ। ਮਾਲਕ ਵਾਹਿਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਚੜ੍ਹਨ ਲਈ ਉਹਨੇ ਯਤਨ ਕੋਈ ਨਹੀਂ ਕੀਤਾ, ਤੇ ਉਹ ਜੋ ਮਰਜ਼ੀ ਅਖਵਾਏ ਸੰਸਾਰ, ਜਿੰਨਾ ਮਰਜ਼ੀ ਇਮਾਨਦਾਰ ਚੰਗਾ ਜੋ ਕੁਝ ਉਹ ਖਵਾਉਣਾ ਚਾਹੇ ਅਖਵਾਏ, ਕੇਵਲ ਨਾਂ ਦਾ ਹੀ ਹੈ ਨਾ। ਫਿਰ ਫਰਮਾਉਂਦੇ ਹਨ, ਨਾਤੀ ਧੋਤੀ ਸੰਭਹੀ, ਸੁਤੀ ਆਏ ਨਚਿੰਦ, ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਗਈ ਕਥੂਰੀ ਗੰਧ। ਭਾਵ ਸਾਫ਼, ਬਾਹਰੋਂ ਸ਼ੁੱਧ, ਸਾਫ਼, ਪਵਿੱਤਰ ਦਿਸਣ ਵਾਲੀ ਐਸੀ ਜਿੰਦ, ਐਸੇ ਜੀਵਨ ਵਾਲੀ ਜੀਵ ਇਸਤਰੀ, ਨਾਤੀ ਧੋਤੀ ਸੰਭਈ, ਸੱਜੀ ਸਵਰੀ, ਨਾਤੀ ਧੋਤੀ ਸ਼ਿੰਗਾਰੀ ਹੋਈ, ਸਾਫ਼ ਸੁਥਰੀ ਉਜਲੀ, ਦਿਸਣ ਨੂੰ ਚੰਗੀ ਲੱਗਣ ਵਾਲੀ, ਅੱਖਾਂ ਨੂੰ ਮੋਹ ਲੈਣ ਵਾਲੀ। ਨਾਤੀ ਧੋਤੀ ਸੰਭਹੀ, ਸੁਤੀ ਆਏ ਨਚ, ਜਾਨੀ ਕਿ ਤਨ ਦੇ ਵੇਸ ਸ਼ਿੰਗਾਰ ਕਰਕੇ ਸਾਫ਼ ਸੁਥਰੀ ਦਿੱਖ ਵਾਲੀ, ਨਿਸ਼ਚਿੰਤ ਹੋ ਕੇ ਸੁਤਿਆਂ ਹੀ ਆਪਣੀ ਜ਼ਿੰਦਗੀ ਕੱਢ ਦੇਵੇ, ਜਾਨੀ ਕਿ ਆਤਮਕ ਤੌਰ ਤੇ ਅਵੇਸਲੀ ਰਹਿ ਕੇ ਅਗਿਆਨਤਾ ਦੀ ਨੀਂਦ ਵਿੱਚ ਸੁੱਤੀ ਰਹੇ, ਤੇ ਤਨ ਦੇ ਸ਼ਿੰਗਾਰਾਂ ਨੂੰ ਤੇ ਵਿਖਾਵਿਆਂ ਨੂੰ ਇਹ ਸਾਰਾ ਕੁਝ ਮੰਨੇ। ਜਿਹੜੀ ਜ਼ਿੰਦਗੀ ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਗਈ ਕਥੂਰੀ ਗੰਧ। ਬੇੜੀ ਦਾ ਮਤਲਬ ਹੁੰਦਾ ਹੈ ਵੇੜੀ ਗਰਸੀ। ਹਿੰਗ ਆਪਾਂ ਸਾਰੇ ਜਾਣਦੇ, ਹਿੰਗ ਵਰਗਾ ਪਦਾਰਥ, ਉਹਦੀ ਸਮੈਲ ਕਿੰਨੀ ਅਜੀਬ ਜੀ ਹੁੰਦੀ ਹੈ, ਤੇ ਕਸਤੂਰੀ ਦੀ ਸੁਗੰਧੀ ਚੰਗੀ ਹੁੰਦੀ ਹੈ। ਇੱਕ ਚੰਗੀ ਸੁਗੰਧ ਹੈ, ਇੱਕ ਦੁਰਗੰਧ ਹੈ। ਹਿੰਗ ਦੀ ਉਦਾਹਰਣ ਇੱਥੇ ਦੁਰਗੰਧ ਵਜੋਂ ਵਰਤੀ ਹੈ, ਤੇ ਕਥੂਰੀ ਦੀ ਸੁਗੰਧ ਵਜੋਂ ਵਰਤੀ। ਇੱਕ ਬਦਬੂ ਹੈ, ਇੱਕ ਖੁਸ਼ਬੂ ਹੈ।
ਕਹਿੰਦੇ ਉਹ ਭਾਵੇਂ ਬਾਹਰੋਂ ਸਾਫ਼ ਸੁਥਰੀ ਉਜਲੀ ਲੱਗੇ, ਜਿਸ ਨੇ ਅਗਿਆਨਤਾ ਵਿੱਚ ਪੈ ਕੇ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਹੀ ਸੁੱਤਿਆਂ ਗੁਜ਼ਾਰ ਦਿੱਤੀ ਆਤਮਿਕ ਮਾਨਸਿਕ ਤੌਰ ਤੇ, ਸਮਝੋ ਉਹਨੇ ਆਪਣੀ ਜ਼ਿੰਦਗੀ ਵਿੱਚ ਔਗਣਾਂ ਦੀ ਹਿੰਗ ਵਰਗੀ ਦੁਰਗੰਧ ਇਕੱਠੀ ਕੀਤੀ ਹੈ। ਉਹਦੇ ਵਿੱਚ ਹੀ ਉਹ ਗਰਸੀ ਰਹੀ ਜ਼ਿੰਦਗੀ, ਗਈ ਕਥੂਰੀ ਗੰਧ। ਉਹਦੇ ਗੁਣਾਂ ਦੀ ਖੁਸ਼ਬੂ, ਕਸਤੂਰੀ ਵਰਗੀ ਖੁਸ਼ਬੂ ਉਹਦੇ ਜੀਵਨ ਚੋਂ ਹੌਲੀ ਹੌਲੀ ਉੱਡ ਜਾਂਦੀ ਹੈ। ਤੋ ਦੁਰਗੰਧ ਲਾਗੇ ਕੌਣ ਖਲੋਣਾ ਚਾਹੇਗਾ? ਸੁਗੰਧੀ ਲਾਗੇ ਤੇ ਹਰ ਕੋਈ ਖਲੋਂਦਾ ਹੈ। ਗੰਦਗੀ ਦਾ ਢੇਰ ਲੱਗਾ ਹੋਵੇ, ਰਾਹ 'ਚ ਕੋਈ ਮਿੱਤਰ ਮਿਲ ਪਏ, ਉਹ ਉੱਥੇ ਖਲੋ ਜਾ, ਆਪਾਂ ਕਹਿੰਦੇ 4 ਕਦਮ ਜਾਂ ਗਾਂਹ ਹੋ ਜਾ ਜਾਂ ਪਛਾਂ ਹੋ ਜਾ, ਕਿੱਥੇ ਗੰਦਗੀ ਲਾਗੇ ਖਲੋਗੇ? ਫੁੱਲਾਂ ਦੀ ਫੁਲਵਾੜੀ ਹੋਵੇ, ਖੁਸ਼ਬੂ ਆ ਰਹੀ ਹੋਵੇ, ਹਰ ਕੋਈ ਚਾਹੇਗਾ ਉਹ ਦੌੜ ਕੇ ਉੱਥੇ ਜਾਏ। ਯਾਨੀ ਕਿ ਔਗਣ ਹਰ ਬੰਦੇ ਨੂੰ ਦੁਖੀ ਕਰਦੇ ਹਨ ਤੇ ਗੁਣ ਹਰ ਮਨੁੱਖ ਨੂੰ ਚੰਗਿਆਈ ਦਿੰਦੇ ਹਨ। ਭਲਾ ਕਰਮ ਜਿਹੜਾ ਹੈ ਉਹ ਹਰ ਇੱਕ ਮਨੁੱਖ ਨੂੰ ਪਾਉਂਦਾ ਹੈ। ਭਲੇ ਮਨੁੱਖਾਂ ਨੂੰ ਅਸੀਂ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਯਾਦ ਕਰਦੇ ਹਾਂ, ਮੰਦੇ ਮਨੁੱਖਾਂ ਦਾ ਜ਼ਿਕਰ ਕਰਨਾ ਵੀ ਅਸੀਂ ਕੁਥਾਂ ਸਮਝਦੇ ਹਾਂ। ਸੱਚਾ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਨ। ਸਾਹਿਬ ਕਿਰਪਾ ਕਰਨ। ਅਗਲੇ ਸ਼ਲੋਕਾਂ ਦੇ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਕਰਾਂਗੇ। ਗਰੀਬ ਨਵਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।